ਜਿੱਦਾਂ ਸਰਕਾਰ ਦਾ ਜੋ ਡਾਕੂਮੈਂਟ ਹੈ, ਸਰਕਾਰ ਮੰਨਦੀ ਹੈ ਕਿ ਅਸੀਂ 42 ਹੋਰ ਗੁਰਦੁਆਰਿਆਂ ਦੇ ਉੱਤੇ ਫੌਜ ਭੇਜੀ। ਸਰਕਾਰ ਤਾਂ ਬਿਲਕੁਲ ਟੋਟਲੀ ਉਲਟ ਇੱਕ ਆਪਣਾ ਨੈਰੇਟਿਵ ਆ, ਬਟ ਅਸਲੀਅਤ ਦੀਆਂ ਤਾਂ ਬਹੁਤ ਸਾਰੀਆਂ ਗੱਲਾਂ ਨੇ। ਆਪਾਂ ਜੋ ਅਸਲ ਵਾਪਰਿਆ ਉਹ ਤਾਂ ਸਰਕਾਰ ਨੇ ਕਦੇ ਵੀ ਨਹੀਂ ਦੱਸਣਾ। ਅਸਲ ਦੇ ਵਿੱਚ ਉਹ ਸਿਰਫ ਧਾਰਮਿਕ ਸਥਾਨਾਂ ਨੂੰ ਢਾਉਣ ਦਾ ਮਸਲਾ ਨਹੀਂ ਹੈ, ਜਾਂ ਸਿਰਫ ਕੁਝ ਸ਼ਖਸੀਅਤਾਂ ਨੂੰ ਖਤਮ ਕਰਨ ਦਾ ਨਹੀਂ ਸੀਗਾ। ਉਹ ਬਹੁਤ ਵਿਆਪਕ ਪੱਧਰ ਤੇ ਹਮਲਾ ਸੀਗਾ। ਬਹੁਤ ਐਸੀਆਂ ਗੱਲਾਂ ਨੀਵੇਂ ਪੱਧਰ ਦੀਆਂ ਜਿਹੜੀਆਂ ਸਿਰਫ ਸਰੀਰਕ ਤਸੀਹਿਆਂ ਤੋਂ ਕਿਤੇ ਉੱਪਰ ਸੀਗੀ ਗੱਲ, ਹਨਾ। ਆਖਿਰ ਸਿੱਖ ਜਿਹੜੇ ਆ ਉਹ ਕਦੋਂ ਤੱਕ ਇਹ ਗੁਲਾਮੀ ਦਾ ਅਹਿਸਾਸ ਉਹਨਾਂ ਨੂੰ ਕਰਵਾਇਆ ਜਾਏਗਾ? ਕਦੋਂ ਤੱਕ ਸਿੱਖਾਂ ਦਾ ਕਹਾਣ ਇਸੇ ਤਰ੍ਹਾਂ ਹੁੰਦਾ ਰਹੂ? ਸੋ ਅਸੀਂ ਤਾਂ ਹੋਰਾਂ ਨੂੰ ਇਨਸਾਫ ਕਰਕੇ ਦੇਣ ਵਾਲੇ ਆ। ਅਸੀਂ ਜੇ ਅੱਜ ਆਪਾਂ ਕਹੀਏ ਕਿ ਅਸੀਂ ਆਪਣੇ ਇਨਸਾਫ ਦੀਆਂ ਫਰਿਆਦਾਂ ਕਰੀਏ, ਉਹ ਸਾਨੂੰ, ਜਿਹੜੀ ਮੈਂ ਪਿੱਛੇ ਗੱਲ ਕਹੀ ਕਿ ਸਾਨੂੰ ਆਪਣੇ ਅਮਲਾਂ ਦੀ ਘੋਖ ਕਰਨੀ ਚਾਹੀਦੀ ਕਿ ਅਸੀਂ ਕਿਹੜੇ ਰਾਹ ਪੈ ਗਏ। ਸਰਬੱਤ ਦਾ ਭਲਾ ਜੇ ਕਰਨਾ ਹੈ ਤਾਂ ਅਸੀਂ ਹੋਰਾਂ ਨੂੰ ਇਨਸਾਫ ਕਰਨਾ, ਤਾਂ ਅਸੀਂ ਆਪਣਾ ਇਨਸਾਫ ਵੀ ਅਸੀਂ ਖੁਦ ਹੀ ਕਰਨਾ। ਸਾਨੂੰ ਕਿਸੇ ਤੋਂ ਆਸ ਨਹੀਂ ਰੱਖਣੀ ਚਾਹੀਦੀ ਜੀ। ਗੁਰੂ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਜੀ, ਸ਼ਰਾਰਤੀ ਅਨਸਰ ਆ ਕੇ ਬੇਅਦਬੀ ਕਰ ਜਾਂਦੇ ਆ ਜੀ, ਤੇ ਇਹਦਾ ਮਤਲਬ ਇਹ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਲਈ ਜਿਹੜਾ ਸਮਾਂ ਆ ਉਹ ਹੋਰ ਮਾੜਾ ਆ ਸਕਦਾ ਹੈ ਜੀ। ਹਾਂਜੀ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਅਮਨਦੀਪ ਸਿੰਘ ਗੜੀ। ਸੋ ਅੱਜ ਗੱਲ ਕਰਾਂਗੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ। ਪੰਜਾਬ ਦੇ ਵਿੱਚ ਇੱਕ ਸਿੱਖ ਅਜਿਹੀ ਵੱਖਰੀ ਕੌਮ ਆ ਜਿਨ੍ਹਾਂ ਨੇ ਹਮੇਸ਼ਾ ਜਾਬਰ ਦਾ ਜਿਹੜਾ ਆ ਉਹ ਮੁਕਾਬਲਾ ਕੀਤਾ ਆ। ਜਿਨ੍ਹਾਂ ਵੀ ਲੋਕਾਂ ਨੂੰ ਪਰੇਸ਼ਾਨੀਆਂ ਆਈਆਂ, ਜਿੱਥੇ ਵੀ ਇੱਕ ਲੋੜਵੰਦ ਨੂੰ ਜ਼ਰੂਰਤ ਪਈ ਆ, ਹਮੇਸ਼ਾ ਜਿਹੜਾ ਆ ਉਹਨਾਂ ਦੇ ਨਾਲ ਜਿਹੜੇ ਆ ਉਹ ਖੜੇ ਆ। ਸਿੱਖ ਹਮੇਸ਼ਾ ਖੜੇ ਆ। ਗੱਲ ਕਰ ਲਈ ਉਹ ਬਾਹਰਲੀਆਂ ਸਟੇਟਾਂ ਤੋਂ ਜਾਂ ਫਿਰ ਬਾਹਰਲੀਆਂ ਕੰਟਰੀਆਂ ਤੋਂ, ਜਦੋਂ ਵੀ ਦੁਸ਼ਮਣ ਆ ਭਾਰਤ ਉੱਤੇ ਹਮਲਾ ਕਰਨ ਆਉਂਦੇ ਸੀ ਤਾਂ ਸਿੱਖ ਜਿਹੜੇ ਆ ਹਮੇਸ਼ਾ ਹਿੱਕਾ ਢਾ ਕੇ ਮੋਹਰੇ ਖੜਦੇ ਸੀ। ਤੇ ਸਿੱਖਾਂ ਦੀ ਇੱਕ ਅਲੱਗ ਜਿਹੜੀ ਆ ਵਿਲੱਖਣ ਪਹਿਚਾਣ ਆ। ਗੁਰੂ ਮਹਾਰਾਜ ਨੇ ਆਪਣੇ ਅਜਿਹੇ ਪਹਿਚਾਣ ਸਿੱਖਾਂ ਦੀ ਬਣਾ ਦਿੱਤੀ ਹੈ ਦੁਨੀਆ ਦੇ ਵਿੱਚ, ਜਿਹੜਾ ਆ ਕਿ ਲੋਕ ਜਿਹੜਾ ਆ ਉਸ ਚੀਜ਼ ਨੂੰ ਸਲਿਊਟ ਕਰਦੇ ਆ। ਸੋ ਅੱਜ ਆਪਾਂ ਗੱਲ ਕਰਾਂਗੇ ਘੱਲੂਘਾਰਿਆਂ ਦੇ ਬਾਰੇ। ਕਿਹਾ ਜਾਂਦਾ 3 ਘੱਲੂਘਾਰੇ ਹੋਏ ਆ। ਤੀਸਰੇ ਘੱਲੂਘਾਰੇ ਬਾਰੇ ਗੱਲ ਕਰਾਂਗੇ 1984 ਦੇ ਵਿੱਚ। 1984 ਵਿੱਚ ਭਾਰਤੀ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੌਜ ਚੜ੍ਹਾ ਦਿੱਤੀ ਜਾਂਦੀ ਆ, ਕਤਲ ਕੀਤੇ ਜਾਂਦੇ ਆ, ਨਾਮ ਦੇ ਦਿੱਤਾ ਜਾਂਦਾ ਹੈ ਕਿ ਉੱਥੇ ਇੱਕ ਸੰਤ ਬੈਠੇ ਆ, ਉਹਨਾਂ ਨੂੰ ਅੱਤਵਾਦੀ ਦਾ ਨਾਮ ਦਿੱਤਾ ਜਾਂਦਾ। ਪਰ ਇਹਦੀ ਕਿੰਨੀ ਕੁ ਸੱਚਾਈ ਆ ਉਹ ਸਾਰੇ ਆਪਾਂ ਬਾਰੇ ਜਾਣਨ ਲਈ ਸਾਡੇ ਨਾਲ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਜੀ ਜੁੜੇ ਹੋਏ ਨੇ, ਜਿਹੜੇ ਕਿ ਸਿੱਖ ਚਿੰਤਕ ਨੇ, ਸਿੱਖ ਇਤਿਹਾਸ ਲਿਖਦੇ ਨੇ, ਤੇ ਜਿਨ੍ਹਾਂ ਨੇ ਸਰਕਾਰ ਦੇ ਅੰਕੜਿਆਂ ਤੋਂ ਇਲਾਵਾ ਜਿਨ੍ਹਾਂ ਲੋਕਾਂ ਨਾਲ ਹੱਡ ਬੀਤੀ ਆ, ਜਿਨ੍ਹਾਂ ਲੋਕਾਂ ਦੇ ਉੱਤੇ ਹਮਲੇ ਹੋਏ ਆ, ਜਿਨ੍ਹਾਂ ਗੁਰਦੁਆਰਿਆਂ ਸਾਹਿਬਾਨਾਂ ਉੱਤੇ ਹਮਲੇ ਹੋਏ ਆ, ਉਹਦੀ ਅਸਲ ਸੱਚਾਈ, ਅਸਲ ਰਿਪੋਰਟ ਜਿਹੜੀ ਆ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਇਹ ਅਸਲ ਰਿਪੋਰਟ ਜਿਹੜੀ ਆ ਇੱਕ ਕਿਤਾਬ ਦੇ ਥਰੂ ਪੇਸ਼ ਕੀਤੀ ਹੈ। ਕਿਤਾਬ ਦਾ ਨਾਮ ਆ ਗੁਰਦੁਆਰਿਆਂ ਉੱਤੇ ਹੋਏ ਹਮਲੇ ਦੀ ਮਿੱਥਿਆ। ਸੋ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਸਾਰੀ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜੀ ਤੁਹਾਨੂੰ, ਤੁਸੀਂ ਗਰਾਊਂਡ ਲੈਵਲ ਦੀ ਰਿਪੋਰਟ ਦੇਖ ਕੇ ਆਏ ਹੋ ਜੀ। ਇੱਕ ਪਾਸੇ ਸਰਕਾਰ ਜਿਹੜੀ ਆ ਉਹ ਕਹਿੰਦੀ ਕਿ ਆਪਾਂ ਜੋ ਵੀ ਉਹਨਾਂ ਨੇ ਹਮਲਾ ਕੀਤਾ ਉਹ ਆਪਣੇ ਵੇਰਵੇ ਦੇ ਰਹੀ ਹੈ ਜੀ। ਇੱਕ ਪਾਸੇ ਤੁਸੀਂ ਜਿਹੜੇ ਉਹਨਾਂ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਇਹ 84 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਢਾਇਆ ਆ। ਤੁਹਾਨੂੰ ਇਹਨਾਂ ਦੋਨਾਂ ਵਿੱਚ ਕੀ ਫਰਕ ਲੱਗਿਆ ਜੀ? ਨਹੀਂ, ਇਹ ਤਾਂ ਬਹੁਤ ਵੱਡਾ ਪਾੜਾ ਹੈ। ਉਹ ਤਾਂ ਸੁਭਾਵਿਕ ਹੀ ਹੈ ਵੀ ਜਦੋਂ ਸਰਕਾਰ ਨੇ ਅੱਡੇ ਵਿਆਪਕ ਪੱਧਰ ਤੇ ਸਾਰਾ ਕੁਝ ਕੀਤਾ ਸੀ ਜੀ, ਤੇ ਉਹਨਾਂ ਦਾ ਤਾਂ ਆਪਣਾ ਇੱਕ ਨੈਰੇਟਿਵ ਆ ਕਿ ਅਸੀਂ ਕਿਉਂ ਕੀਤਾ, ਉਹਨੂੰ ਜਸਟੀਫਾਈ ਕਰਦੇ ਆ ਨਾ, ਹੁਣ ਤੱਕ ਕਰਦੇ ਆ ਰਹੇ। ਤੇ ਆਪਣਾ ਵੀ ਇੱਕ ਬਹੁਤ ਵੱਡਾ ਹਿੱਸਾ ਉਹ ਭੰਬਲ ਭੂਸੇ 'ਚ ਫਸਿਆ ਹੈ ਨਾ। ਜਦ ਕਿ ਜੋ ਅਸਲ ਸੱਚਾਈ ਹੈ ਉਹ ਸਾਰੀ, ਜਦੋਂ ਅਸਲ 'ਚ ਆਪਾਂ ਅਕਸਰ ਸੁਣਦੇ ਹਾਂ ਕਿ ਦਰਬਾਰ ਸਾਹਿਬ ਤੋਂ ਇਲਾਵਾ ਵੀ ਹੋਰ 36 ਗੁਰਦੁਆਰਿਆਂ ਤੇ, ਜੇ ਕਿਤੇ 40 ਵੀ ਕਹਿ ਦਿੰਦੇ ਆ ਕਿ ਹਮਲਾ ਹੋਇਆ। ਬਿਲਕੁਲ ਜੀ। ਤੇ ਉਹ ਮਹਾਰਾਜ ਨੇ ਇੱਕ ਫੁਰਨਾ ਇੱਕ ਖਿਆਲ ਦਿੱਤਾ ਕਿ ਉਹ ਕਿਹੜੇ ਗੁਰਦੁਆਰੇ ਹੋਣਗੇ, ਆਪਾਂ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰੀਏ, ਹੈ ਨਾ। ਤੇ ਉਹ ਜਦੋਂ ਪਤਾ ਲੱਗਿਆ ਕਿ ਹੁਣ ਤੱਕ ਉਹਨਾਂ ਤੇ ਕੰਮ ਨਹੀਂ ਹੋਇਆ, ਡਾਕੂਮੈਂਟ ਨਹੀਂ ਹੋਈਆਂ ਚੀਜ਼ਾਂ, ਤਾਂ ਉਹ ਲੱਭਣਾ ਸ਼ੁਰੂ ਕੀਤਾ। ਤੇ ਕਾਫੀ ਹੋਰ ਪੰਥ ਦਰਦੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਸੱਜਣਾਂ ਨੂੰ ਮਿਲੇ ਜਿਨ੍ਹਾਂ ਨੇ ਉਹ ਘੱਲੂਘਾਰੇ, ਜਿੱਦਾਂ ਤੁਸੀਂ ਗੱਲ ਮੂਹਰੇ ਜ਼ਿਕਰ ਕੀਤਾ ਸਾਰਾ ਭੂਮਿਕਾ 'ਚ, ਜਿਨ੍ਹਾਂ ਨੇ ਉਹ ਸਾਰੇ ਹਮਲੇ ਆਪਣੇ ਹੱਡੀ ਹੰਢਾਏ। ਤੀਜੇ ਘੱਲੂਘਾਰੇ ਦੇ ਦੌਰਾਨ ਜੂਨ 1984 'ਚ ਦਰਬਾਰ ਸਾਹਿਬ ਤੋਂ ਬਿਨਾਂ ਜਿੱਥੇ ਜਿੱਥੇ ਫੌਜ ਦਾਖਲ ਹੋਈ, ਉਹ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਮੌਜੂਦ ਸੀਗੀਆਂ, ਕਿਉਂਕਿ ਹਲੇ ਬਹੁਤਾ ਸਮਾਂ ਨਹੀਂ ਹੋਇਆ, 40 ਸਾਲ ਮੋਟੇ ਰੂਪ 'ਚ ਆਪਾਂ ਦੇਖੀਏ ਹੋਏ ਨੇ। ਭਾਵੇਂ ਉਹ ਸਾਰੇ ਬਹੁਤ ਬਜ਼ੁਰਗ ਅਵਸਥਾ 'ਚ ਹੁਣ ਪੁੱਜ ਚੁੱਕੇ ਨੇ, ਬਟ ਫਿਰ ਵੀ ਬਹੁਤ ਸਰੀਰ ਹਜੇ ਹੈਗੇ ਆ ਜਿਨ੍ਹਾਂ ਕੋਲ ਉਹ ਸਾਰਾ ਕੁਛ ਆਪਣੇ ਸੀਨਿਆਂ 'ਚ ਉਹਨਾਂ ਦੇ ਹੈਗਾ ਕਿ ਕੀ ਵਾਪਰਿਆ, ਉਹਨਾਂ ਨੇ ਕੀ ਅੱਖੀਂ ਦੇਖਿਆ, ਹੈ ਨਾ। ਤੇ ਬਹੁਤ ਉਹਨਾਂ ਨੂੰ ਮਿਲ ਕੇ ਇੱਕ ਤਾਂ ਉਹਨਾਂ ਨੇ ਕਲਾਵੇ 'ਚ ਲਿਆ, ਹੈ ਨਾ, ਕਿ ਜਿੱਦਾਂ ਬੰਦੇ ਡੀਕ ਰਹੇ ਹੁੰਦੇ ਆ ਕਿ ਤੁਸੀਂ ਹੁਣ ਤੱਕ ਕਿਉਂ ਨਹੀਂ ਆਏ, ਇੰਨੀ ਦੇਰ ਕਿਉਂ ਕਰ ਦਿੱਤੀ ਆ ਕਿ ਆਉਣ 'ਚ, ਹੈ ਨਾ। ਤੇ ਮਿਲੇ ਬੰਦਿਆਂ ਨੇ ਆਪਣਾ ਸਾਰਾ ਦੱਸਿਆ ਜੋ ਉਹਨਾਂ ਨੇ ਹੱਡੀ ਹੰਢਾਇਆ।
ਜਿੱਦਾਂ ਸਰਕਾਰ ਦਾ ਜੋ ਡਾਕੂਮੈਂਟ ਹੈ, ਸਰਕਾਰ ਮੰਨਦੀ ਹੈ ਕਿ ਅਸੀਂ 42 ਹੋਰ ਗੁਰਦੁਆਰਿਆਂ ਦੇ ਉੱਤੇ ਫੌਜ ਭੇਜੀ ਜੀ। ਸੋ ਇਹ ਸਾਰਾ ਕਾਰਜ ਕਰਦੇ ਆ। ਹੁਣ ਤੱਕ ਜਿਹੜੀ ਇਹ ਕਿਤਾਬ ਪਿਛਲੇ ਆਪਾਂ ਜੂਨ ਦੇ ਵਿੱਚ ਜਾਰੀ ਕੀਤੀ ਸੀ, ਉਹਦੇ 'ਚ ਜਿਹੜੀ ਲਿਸਟ ਆਪਾਂ ਦਿੱਤੀ ਆ ਉਹਦੇ 'ਚ 62 ਗੁਰਦੁਆਰਿਆਂ ਦਾ ਜ਼ਿਕਰ ਜੀ। ਸੋ ਇੱਕ ਤਾਂ ਗਿਣਤੀ ਦੇ ਪੱਖ ਤੋਂ ਹੀ ਉਹ ਤਾਂ ਚਲੋ ਰਹਿਣਾ ਹੀ ਹੈ ਕਿ ਸਰਕਾਰ ਨੇ ਉਹਨੂੰ ਜਸਟੀਫਾਈ ਕਰਨ ਲਈ ਵੀ ਸਰਕਾਰ ਕਹਿੰਦੀ ਹੈ ਕਿ ਉੱਥੇ ਹੋਰ ਹਥਿਆਰਬੰਦ ਬੰਦੇ ਬੈਠੇ ਸੀਗੇ ਜਿਨ੍ਹਾਂ ਲਈ ਸਾਨੂੰ ਇੱਕ ਫੌਜ ਉੱਥੇ ਭੇਜਣੀ ਪਈ ਜੀ। ਪਰ ਸੱਚਾਈ ਤਾਂ ਬਿਲਕੁਲ ਉਲਟ ਹੈ ਕਿ ਬਹੁਤ ਕੋਈ ਵਿਰਲਾ ਥਾਂ ਹੈ ਜਿੱਥੇ ਕੋਈ ਅੱਗੋਂ ਜਵਾਬੀ ਕਾਰਵਾਈ ਹੋਈ ਹੈ। ਅਦਰਵਾਈਜ਼ ਕੁਛ ਥਾਵਾਂ ਤੇ ਫੈਡਰੇਸ਼ਨ ਦੇ ਸਿੰਘ ਸੀਗੇ, ਬਟ ਕੋਈ ਇਹੋ ਜਿਹੀ ਗੱਲ ਨਹੀਂ ਸੀ ਜਿਸ ਤਰੀਕੇ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਇਹ ਸਾਰੀ ਗੱਲਬਾਤ ਕਰਦੇ ਹਾਂ। ਦੂਖਨਿਵਾਰਨ ਸਾਹਿਬ ਪਟਿਆਲਾ ਦੇ ਜਿਹੜੇ ਉਸ ਵਕਤ ਮੈਨੇਜਰ ਸੀਗੇ, ਉਹਨਾਂ ਨੇ ਵੀ ਇਹ ਗੱਲ ਦੱਸੀ ਵੀ ਜਦੋਂ ਉਹ ਜਿੰਨੇ ਉੱਥੇ ਸਿੰਘ ਸ਼ਹੀਦ ਹੋਏ ਗੁਰਦੁਆਰੇ, ਉਸ ਤੋਂ ਬਾਅਦ ਉਹ ਪੋਸਟਮਾਰਟਮ ਲਈ ਹਸਪਤਾਲ ਉਹਨਾਂ ਨੂੰ ਵੀ ਨਾਲ ਲੈ ਕੇ ਜਾਇਆ ਗਿਆ ਕਿਉਂਕਿ ਉਹ ਪ੍ਰਬੰਧਕ ਸੀਗੇ ਗੁਰਦੁਆਰਾ ਸਾਹਿਬ ਦੇ। ਉੱਥੇ ਉਹਨਾਂ ਤੋਂ ਇੱਕ ਸਾਈਨ ਕਰਾਇਆ ਜਾਂਦਾ ਸੀ ਇੱਕ ਡਾਕੂਮੈਂਟ ਦੇ ਉੱਤੇ, ਤੇ ਉਹ ਕਹਿੰਦੇ ਵੀ ਮੈਨੂੰ ਪੜ੍ਹਨ ਨਹੀਂ ਸੀ ਦਿੰਦੇ, ਪਰ ਉਹ ਜਿੰਨਾ ਕੁ ਉਹਨੂੰ ਪੜ੍ਹ ਸਕੇ 2 ਲਾਈਨਾਂ ਉਹਦੇ 'ਚ ਉਹ ਕਹਿੰਦੇ ਵੀ ਇਹ ਲਿਖਿਆ ਹੁੰਦਾ ਸੀ ਵੀ ਇੱਥੇ ਮਾਹੌਲ ਖਰਾਬ ਕੀਤਾ ਗਿਆ ਤੇ ਇੱਥੇ ਲੋੜ ਸੀ ਫੌਜ ਭੇਜਣ ਦੀ, ਤੇ ਉਹ ਇੱਕ ਸਹਿਯੋਗ ਦੇ ਲਈ ਫੌਜ ਇੱਥੇ ਭੇਜੀ ਗਈ ਹੈ। ਕੁਛ ਇਸ ਤਰੀਕੇ ਦੀਆਂ ਆਪਣੀ ਗੱਲ ਨੂੰ ਜਸਟੀਫਾਈ ਕਰਨ ਲਈ ਚੀਜ਼ਾਂ ਦੇ ਉੱਤੇ ਉਹ ਸਾਈਨ ਕਰਾਉਂਦੇ ਰਹੇ ਆ। ਤਾਂ ਸਰਕਾਰ ਤਾਂ ਬਿਲਕੁਲ ਟੋਟਲੀ ਉਲਟ ਇੱਕ ਆਪਣਾ ਨੈਰੇਟਿਵ ਆ, ਬਟ ਅਸਲੀਅਤ ਦੀਆਂ ਤਾਂ ਬਹੁਤ ਸਾਰੀਆਂ ਗੱਲਾਂ ਨੇ। ਆਪਾਂ ਜੇ ਹੁਣ ਸਮਾਂ ਜਦੋਂ ਵੀ ਆਪਾਂ ਕੀਤੀਆਂ, ਜੋ ਅਸਲ ਵਾਪਰਿਆ ਉਹ ਤਾਂ ਸਰਕਾਰ ਨੇ ਕਦੇ ਵੀ ਨਹੀਂ ਦੱਸਣਾ। ਉਹ ਤਾਂ ਆਪਾਂ ਨੂੰ ਹੀ, ਉਹ ਬੰਦਿਆਂ ਨੂੰ ਮਿਲ ਕੇ ਜਾਂ ਹੋਰ ਜਿਸ ਤਰੀਕੇ ਵੀ ਸੰਭਵ ਹੈਗਾ, ਉਹ ਆਪਾਂ ਨੂੰ ਉਹ ਚੀਜ਼ਾਂ ਬਾਹਰ ਲੈ ਕੇ ਆਉਣੀਆਂ ਚਾਹੀਦੀਆਂ। ਜੇ ਗੱਲ ਕਰ ਲਈਏ ਸਰਕਾਰ ਜਿਹੜੀ ਉਹ ਆਪਣਾ ਪੱਖ ਰੱਖ ਰਹੀ ਆ, ਜੋ ਲੋਕਾਂ ਦੇ ਨਾਲ ਬੀਤਿਆ ਵਾ ਉਹਨਾਂ ਦਾ ਪੱਖ ਤਾਂ ਮੇਰੇ ਹਿਸਾਬ ਨਾਲ ਕਦੇ ਸੁਣਿਆ ਹੀ ਨਹੀਂ ਗਿਆ ਜੀ। ਉਹਨਾਂ ਲੋਕਾਂ ਤੱਕ ਤਾਂ ਸਰਕਾਰ ਨੇ ਗਰਾਊਂਡ ਲੈਵਲ ਤੇ, ਜੇ ਸਰਕਾਰ ਸੋਚਦੀ ਆ ਆਪਣੇ ਲੋਕਾਂ ਦੇ ਬਾਰੇ, ਤਾਂ ਉਹਨਾਂ ਤੱਕ ਦੇ ਮੇਰੇ ਹਿਸਾਬ ਨਾਲ ਪਹੁੰਚ ਕੀਤੀ ਨਹੀਂ ਹੋਣੀ। ਤੁਸੀਂ ਜਾ ਕੇ ਮਿਲ ਕੇ ਉਹਨਾਂ ਨੂੰ? ਨਹੀਂ, ਉਹਨਾਂ ਨੇ ਤਾਂ ਕਰਨੀ ਵੀ ਨਹੀਂ। ਇਹ ਤਾਂ ਮੈਂ ਕਹਿ ਰਿਹਾ ਕਿ ਆਪਾਂ ਨੂੰ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਜਿਨ੍ਹਾਂ ਬੰਦਿਆਂ ਨੇ ਸਾਰਾ ਕੁਝ ਹੱਡੀ ਹੰਢਾਇਆ, ਉਹ ਆਪਦੇ ਸੀਨੇ 'ਚ ਬਹੁਤ ਕੁਝ ਸਮੋਈ ਬੈਠੇ ਆ। ਆਪਾਂ ਜਾਣਨਾ ਹੈ ਤੇ ਉਹਦੇ ਹੋਰ ਸਾਰੇ ਪੱਖਾਂ ਨੂੰ ਜਾਣਨਾ ਵੀ ਕਿਉਂ ਵਾਪਰਿਆ। ਵੱਡੀ ਗੱਲ ਤਾਂ ਇਹ ਆ ਨਾ ਕਿ ਵਾਪਰਿਆ ਕਿਉਂ। ਹੁਣ ਸਰਕਾਰ ਅਕਾਲ ਤਖਤ ਸਾਹਿਬ ਬਾਰੇ ਕਹਿ ਦਿੰਦੀ ਕਿ ਉੱਥੇ ਸੰਤ ਜਰਨੈਲ ਸਿੰਘ ਸੀਗੇ ਜਾਂ ਹੋਰ ਸਿੰਘ ਬੈਠੇ ਸੀ, ਹਨਾ। ਬਾਕੀ ਥਾਵਾਂ ਤੇ ਇਸ ਤਰ੍ਹਾਂ ਹੀ, ਔਰ ਇਸ ਵਿਆਪਕ ਤੌਰ ਤੇ ਕਿਉਂ ਕੀਤਾ ਗਿਆ, ਐਡੀਆਂ ਟੈਂਕਾਂ ਤੋਪਾਂ ਲਿਜਾ ਕੇ ਗੁਰਦੁਆਰਿਆਂ ਦੇ ਉੱਤੇ, ਔਰ ਇਸ ਤਰੀਕੇ ਜੋ ਉੱਥੇ ਹਰਕਤਾਂ ਕੀਤੀਆਂ, ਬਹੁਤ ਨੀਵੇਂ ਪੱਧਰ ਦੀਆਂ ਹਰਕਤਾਂ ਫੌਜ ਵੱਲੋਂ ਗੁਰਦੁਆਰਿਆਂ ਦੇ ਅੰਦਰ ਕੀਤੀਆਂ, ਉਹ ਕਰਨ ਦੀ ਕੀ ਲੋੜ ਪਈ ਸੀਗੀ, ਹਨਾ। ਉਹ ਅਸਲ ਦੇ ਵਿੱਚ ਉਹ ਸਿਰਫ ਧਾਰਮਿਕ ਸਥਾਨਾਂ ਨੂੰ ਢਾਉਣ ਦਾ ਮਸਲਾ ਨਹੀਂ ਹੈ, ਔਰ ਜਾਂ ਸਿਰਫ ਕੁਝ ਸ਼ਖਸੀਅਤਾਂ ਨੂੰ ਖਤਮ ਕਰਨ ਦਾ ਨਹੀਂ ਸੀਗਾ। ਉਹ ਬਹੁਤ ਵਿਆਪਕ ਪੱਧਰ ਤੇ ਹਮਲਾ ਸੀਗਾ। ਸਾਰੀ ਜਿਹੜੀ ਆਪਣੀ ਸਿੱਖ ਸੰਗਤ ਹੈ, ਉਹ ਸਾਰੀ ਦਾ ਮਨੋਬਲ ਡੇਗਣ ਦੇ ਲਈ ਇਹ ਹੋਇਆ, ਔਰ ਸਾਰਿਆਂ ਨੂੰ ਮਾਨਸਿਕ ਤੌਰ ਤੇ ਗੁਲਾਮ ਕਰਨ ਦੇ ਲਈ, ਆਪਣਾ ਗਲਬਾ ਉਹਨਾਂ ਦੇ ਉੱਤੇ ਪਾਉਣ ਦੇ ਲਈ, ਆਪਣੀ ਈਨ ਬਣਾਉਣ ਦੇ ਲਈ ਇਹ ਸਾਰਾ ਕੁਝ ਕੀਤਾ। ਕਹਿਣ ਦਾ ਮਤਲਬ ਜਿਸ ਤਰ੍ਹਾਂ ਤਸੀਹੇ ਦੇ ਕੇ ਉੱਥੇ ਸ਼ਹੀਦ ਕੀਤਾ ਗਿਆ, ਜਿਸ ਤਰ੍ਹਾਂ ਜੇ ਗੱਲ ਕਰ ਲਈ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ, ਉੱਥੇ ਉਹਨਾਂ ਦਾ ਕਹਿਣਾ ਕਿ ਉੱਥੇ ਸੰਤ ਬੈਠੇ ਹੋਏ ਸੀ ਜਿਨ੍ਹਾਂ ਨੂੰ ਜਿਹੜੀ ਭਾਰਤੀ ਹਕੂਮਤ ਇੱਕ ਅੱਤਵਾਦੀ ਦਾ ਨਾਮ ਵੀ ਜਿਹੜਾ ਆ ਦਿੰਦੀ ਆ, ਉਹ ਉਹਨਾਂ ਦਾ ਕਹਿਣਾ ਕਿ ਪਰ ਜਿਹੜੇ ਆਮ ਲੋਕ ਅੰਦਰ ਮੱਥਾ ਟੇਕਣ ਗਏ ਹੋਏ ਸੀ ਉਹਨਾਂ ਨੂੰ ਵੀ ਕਹਿੰਦੇ ਤਸੀਹੇ ਦੇ ਕੇ, ਕਿਉਂਕਿ ਉਸ ਟਾਈਮ ਜੂਨ ਦਾ ਮਹੀਨਾ ਸੀ, ਤਪਦਾ ਫਰਜ਼ ਸੀਗਾ, ਕਹਿੰਦੇ ਕੱਪੜੇ ਲੁਹਾ ਕੇ ਉਹਨਾਂ ਨੂੰ ਉੱਥੇ ਹੇਠਾਂ ਪਾ ਦਿੱਤਾ ਗਿਆ। ਜੇ ਆਪਾਂ ਗੱਲ ਕਰ ਲਈਏ, ਸਾਨੂੰ ਨੰਗੇ ਪੈਰੀ ਤੁਰਨਾ ਵੀ ਪੈ ਜਾਵੇ ਫਰਸ਼ ਦੇ ਉੱਤੇ, ਤਾਂ ਕਿੰਨੇ, ਅਗਰ ਤੱਤਾ ਫਰਸ਼ ਹੋਵੇ ਤਾਂ ਆਪਾਂ ਜ਼ਿਆਦਾ ਟਾਈਮ ਨਹੀਂ ਤੁਰ ਸਕਦੇ ਹੈਗੇ। ਤੇ ਉਹ ਲੋਕਾਂ ਦੇ ਇਸ ਦਾ ਮਤਲਬ ਇਹ ਹੋ ਸਕਦਾ ਕਿ ਲੋਕਾਂ ਨੂੰ ਮਾਨਸਿਕ ਤੌਰ ਤੇ ਦਰੜਨ ਦੀ ਐਨ ਚੰਗੀ ਤਰ੍ਹਾਂ ਕੋਸ਼ਿਸ਼ ਕੀਤੀ ਵੀ ਬਿਲਕੁਲ ਇਹਦਾ ਜਿਹੜਾ ਘਾਣ ਕੀਤਾ ਜਾਵੇ। ਗੱਲ ਕਰ ਲਈਏ ਵੀ ਜਿਹੜਾ ਹਮਲਾ ਹੋਇਆ, ਇਹ ਸਿਰਫ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ, ਇਹ ਹਮਲਾ ਸਿੱਖਾਂ ਦੀ ਮਾਨਸਿਕਤਾ ਤੇ ਹੋਇਆ ਜੀ। ਬਿਲਕੁਲ ਇਸੇ ਤਰ੍ਹਾਂ ਹੈ। ਔਰ ਕਿੰਨੀਆਂ ਥਾਵਾਂ ਹੈ ਕਿ ਗਿਣਤੀ ਦੇ ਗੁਰਦੁਆਰੇ ਛੱਡ ਕੇ ਬਾਕੀ ਥਾਵਾਂ ਤੇ ਸਿਰਫ ਆਮ ਸੰਗਤ ਸੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀਗਾ, ਉਸ ਸੰਬੰਧ ਦੇ ਵਿੱਚ ਆਪੋ ਆਪਣੇ ਨੇੜਲੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਇਕੱਠੇ ਹੋਏ ਸੀ ਸੰਗਤ। ਉਹ ਸੰਗਤ ਨੂੰ ਜਿਸ ਤਰੀਕੇ, ਇਕੱਲਾ ਇਹ ਨਹੀਂ ਕਿ ਸਰੀਰਕ ਤੌਰ ਤੇ ਉਹਨਾਂ ਨੂੰ ਤਸੀਹੇ ਦਿੱਤੇ, ਇਹ ਵੀ ਦਿੱਤੇ ਕਾਫੀ ਬਜ਼ੁਰਗਾਂ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਸਾਨੂੰ ਦੱਸਿਆ ਕਿ ਸਾਨੂੰ ਕਿਸ ਤਰੀਕੇ ਪੂਰੇ ਵਸਤਰਹੀਣ ਕਰਕੇ ਗਰਮ ਫਰਸ਼ ਦੇ ਉੱਤੇ ਮੁੱਦੇ ਕਿੰਨੇ ਸਮੇਂ ਲਈ ਲਟਾਇਆ ਗਿਆ। ਉਹ ਸਰੀਰਕ ਤਸੀਹਿਆਂ ਤੋਂ ਬਿਨਾਂ ਵੀ, ਦਮਦਮਾ ਸਾਹਿਬ ਦੀ ਉਦਾਹਰਣ ਹੈ ਕਿ ਫੌਜ ਵਾਲਿਆਂ ਨੇ ਕਿਹਾ ਕਿ ਪ੍ਰਕਾਸ਼ ਕਰੋ ਗੁਰਦੁਆਰਾ ਸਾਹਿਬ ਦੇ ਅੰਦਰ, ਆਪ ਕਹਿ ਕੇ ਪ੍ਰਕਾਸ਼ ਕਰਵਾਇਆ। ਜਦੋਂ ਇੱਕ ਗ੍ਰੰਥੀ ਸਿੰਘ ਜਿਹੜੇ, ਉਦੋਂ ਉਹਨਾਂ ਨੇ ਸਾਨੂੰ ਖੁਦ ਦੱਸੀ ਇਹ ਗੱਲ ਕਿ ਮੈਂ ਜਦੋਂ ਪ੍ਰਕਾਸ਼ ਕਰਨ ਦੇ ਲਈ ਗਿਆ ਤਾਂ ਉੱਥੇ ਬੂਟਾਂ ਸਣੇ ਅੰਦਰ ਫੌਜ ਵਾਲੇ ਆ ਜਾਂਦੇ ਆ, ਤੇ ਅੰਦਰ ਆ ਕੇ ਉਹ ਜਿਹੜੇ ਸਟੂਲ ਦੇ ਉੱਤੇ ਆਪਾਂ ਚੌਰ ਸਾਹਿਬ ਰੱਖਦੇ ਆ, ਉਹ ਸਟੂਲ ਲੈ ਕੇ ਉਹਦੇ ਤੇ ਸਣੇ ਜੁੱਤੀਆਂ ਬੈਠ ਕੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਫੌਜੀ ਵੱਲੋਂ, ਹਨਾ। ਤੇ ਉਹ ਮਤਲਬ ਕਿਸ ਪੱਧਰ ਤੇ ਜਲੀਲ ਕਰ ਰਹੇ ਸੀਗੇ ਦੇ ਗੁਰਦੁਆਰਾ ਸਾਹਿਬ ਦੀਆਂ ਆ ਕੇ, ਮਤਲਬ ਖਿੜਕੀਆਂ, ਬਾਰੀਆਂ, ਦਰਵਾਜ਼ੇ ਤੋੜ ਦੇਣੇ। ਬਹੁਤ ਐਸੀਆਂ ਗੱਲਾਂ ਨੀਵੇਂ ਪੱਧਰ ਦੀਆਂ ਜਿਹੜੀਆਂ ਸਿਰਫ ਸਰੀਰਕ ਤਸੀਹਿਆਂ ਤੋਂ ਕਿਤੇ ਉੱਪਰ ਸੀਗੀ ਗੱਲ, ਹਨਾ।
ਸੋ ਤਾਂ ਹੀ ਮੈਂ ਜ਼ਿਕਰ ਕੀਤਾ ਕਿ ਉਹ ਸਾਰੇ ਪੱਖ ਸਾਨੂੰ ਲੱਭਣੇ ਚਾਹੀਦੇ, ਫਿਰ ਉਹ ਉਭਾਰਨੇ ਚਾਹੀਦੇ ਜੋ ਹੋਇਆ, ਜੋ ਚੀਜ਼ਾਂ ਹਾਲੇ ਤੱਕ ਬਾਹਰ ਨਹੀਂ ਆਈਆਂ ਉਸ ਤਰੀਕੇ ਜੋ ਆਉਣੀਆਂ ਚਾਹੀਦੀਆਂ ਸੀ। ਭਾਜੀ ਦੇਖੋ ਇਹਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਨਿਕਲਦਾ ਆ। ਗੱਲ ਕਰ ਲਈਏ ਮੱਸੇ ਰੰਗੜ ਦੇ ਟਾਈਮ, ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝੀਆਂ ਹਰਕਤਾਂ ਕੀਤੀਆਂ ਸੀਗੀਆਂ ਜਿਨ੍ਹਾਂ ਦਾ ਸਿੰਘਾਂ ਨੇ ਬਦਲੇ ਵੀ ਲਏ ਸੀਗੇ ਜੀ ਉਹਨਾਂ ਦੇ, ਹੈ ਨਾ। ਸੀਸ ਤੱਕ ਲਾਤਾ ਸੀ ਕਿ ਸਿੰਘਾਂ ਨੇ ਦੱਸਤਾ ਸੀਗਾ ਵੀ ਹਾਂ ਸਿੰਘ ਹਜੇ ਜਿਉਂਦੇ ਆ ਜੀ, ਤੇ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਤਰ੍ਹਾਂ ਦੀਆਂ ਹਰਕਤਾਂ ਹੋ ਜਾਣਾ, ਇਹ ਤਾਂ ਬਹੁਤ ਵੱਡਾ ਇੱਕ ਸਵਾਲ ਉੱਠਦਾ ਕਿ ਆਖਰ ਸਿੱਖ ਜਿਹੜੇ ਆ ਉਹ ਕਦੋਂ ਆਜ਼ਾਦ ਹੋਣਗੇ। ਆਖਰ ਸਿੱਖ ਜਿਹੜੇ ਆ ਉਹ ਕਦੋਂ ਤੱਕ ਇਹ ਗੁਲਾਮੀ ਦਾ ਅਹਿਸਾਸ ਉਹਨਾਂ ਨੂੰ ਕਰਵਾਇਆ ਜਾਏਗਾ, ਕਦੋਂ ਤੱਕ ਸਿੱਖਾਂ ਦਾ ਕਹਾਣ ਇਸੇ ਤਰ੍ਹਾਂ ਹੁੰਦਾ ਰਹੂਗਾ ਜੀ। ਨਹੀਂ ਬਿਲਕੁਲ ਇਹੀ ਹੈ। ਔਰ ਇੱਕ ਗੱਲ ਮੈਂ ਇਹ ਵੀ ਕਹਿ ਦੇਵਾਂ ਕਿ ਜਿਹੜਾ ਇਹ ਹਮਲਾ ਸੀਗਾ, ਜਿੱਦਾਂ ਮੈਂ ਪਹਿਲਾਂ ਗੱਲ ਕਹੀ ਵੀ ਇਹ ਮਾਨਸਿਕ ਤੌਰ 'ਤੇ ਆਪਣਾ ਗਲਬਾ ਪਾਉਣ ਦੇ ਲਈ, ਆਪਾਂ ਇਹ ਗੱਲ ਸਾਰੇ ਹੀ ਸਹਿ ਸੁਭਾਅ ਕਹਿ ਦਿੰਦੇ ਹਾਂ ਜਾਂ ਸੁਣਦੇ ਹਾਂ ਜਾਂ ਮਹਿਸੂਸ ਵੀ ਕਰਦੇ ਹਾਂ ਕਿ ਜਿਹੜਾ ਵਿਪਰ ਦਾ ਵਿਰੋਧ ਹੈ ਸਿੱਖ ਸੰਗਤ ਦੇ ਨਾਲ ਕਹਿ ਲਈਏ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ, ਜਨੇਊ ਵਾਲੇ ਉਹਦੇ ਤੋਂ, ਹੈ ਨਾ। ਉਹ ਹੁਣ ਚੱਲਦਾ ਬਟ ਇਹਦੇ ਨਾਲ ਇਹ ਵੀ ਗੱਲ ਗੌਰ ਕਰਨ ਵਾਲੀ ਹੈ ਕਿ 1947 ਤੋਂ ਬਾਅਦ ਜਦੋਂ ਉਹੀ ਵਿਪਰ ਨੂੰ ਤਖਤ ਮਿਲ ਗਿਆ, ਜਦੋਂ ਰਾਜ 'ਚ ਆ ਗਿਆ, ਉਹਦੀ ਜਿਹੜੀ ਰਾਜ ਦੀ ਹਉਮੈ ਆ ਉਹ ਹੁਣ ਦਿਨ ਪਰ ਦਿਨ ਹੋਰ ਤਿੱਖੀ ਤੇ ਹੋਰ ਜ਼ਿਆਦਾ ਡੂੰਘੀ ਹੁੰਦੀ ਗਈ। ਔਰ ਇਹ ਜਿਹੜੇ ਸਮੇਂ 'ਚ ਇਹ ਜਾ ਕੇ ਹਮਲਾ ਹੋਇਆ ਉਦੋਂ ਤਾਂ ਉਹਦੇ ਕੋਲ ਬਹੁਤ ਸਾਰੀਆਂ ਕਹਿ ਲਓ ਤਰੀਕੇ ਸੀਗੇ ਮਨੋਵਿਗਿਆਨਿਕ ਹਮਲੇ ਕਰਨ ਦੇ ਔਰ ਉਹਨੂੰ ਹੋਰ ਡੂੰਘੇ ਕਰਨ ਦੇ। ਉਹ ਸਾਰੇ ਤੌਰ 'ਤੇ ਉਹ ਜਿਸ ਤਰੀਕੇ ਜਿਸ ਪੱਧਰ ਤੱਕ ਕਰ ਸਕਦੇ ਸੀ ਉਹਨਾਂ ਨੇ ਕੀਤਾ। ਔਰ ਜਿਹੜੀ ਗੱਲ ਤੁਸੀਂ ਕਹੀ ਕਿ ਕਿੰਨਾ ਚਿਰ ਇਹ ਕਰਾਇਆ ਜਾਊਗਾ, ਉਹ ਮਹਾਰਾਜ ਜੀ ਦੇਖੋ ਆਪਣੇ ਸਾਰਿਆਂ ਦੇ ਮਨਾਂ 'ਚ ਉਫਰਨਾ ਪਾਉਣ ਵਾਲੇ ਉਹ ਹੈਗੇ। ਜਿੰਨਾ ਚਿਰ ਸਿੱਖ ਜਿਹੜਾ ਆ ਉਹ ਗੁਰੂ ਨੂੰ ਨਹੀਂ ਮਹਿਸੂਸ ਕਰਦਾ ਉਸ ਤਰੀਕੇ ਜਿਸ ਤਰੀਕੇ ਸਿੱਖ ਦੀ ਇੱਕ ਰਹਿਣੀ ਇੱਕ ਉਹਦਾ ਅਮਲ ਹੋਣਾ ਚਾਹੀਦਾ, ਜਿੰਨਾ ਚਿਰ ਉਹ ਮਹਿਸੂਸ ਨਹੀਂ ਕਰੂਗਾ ਆਪਣੇ ਗੁਰੂ ਨੂੰ, ਉਹਨਾਂ ਚਿਰ ਉਹਦੇ ਅਮਲ ਜਿਹੜੇ ਆ ਉਹ ਗੁਰੂ ਵਾਲੇ ਨਹੀਂ ਹੋਣਗੇ। ਹੁਣ ਵੀ ਪਿਛਲੇ ਸਮੇਂ ਤੋਂ ਆਪਣੇ ਸਾਰੇ ਜੇ ਆਪਾਂ ਅਮਲਾਂ ਦੀ ਘੋਖ ਕਰੀਏ ਇਮਾਨਦਾਰੀ ਨਾਲ ਤਾਂ ਬਹੁਤ ਕੁਝ ਸਪਸ਼ਟ ਹੁੰਦਾ ਕਿ ਆਪਾਂ ਕਿੱਦਾਂ ਜੋ ਸਾਡੀ ਗੁਰੂ ਦੇ ਸਾਨੂੰ ਦੱਸੇ ਸੀ ਮਾਰਗ, ਉਹ ਤੋਂ ਅਸੀਂ ਕਿੰਨਾ ਥਿੜਕ ਕੇ ਕਿਹੜੇ ਹੋਰ ਪਾਸਿਆਂ ਤੋਂ ਅਸੀਂ ਸੋਚਦੇ ਹਾਂ ਵੀ ਜੇ ਕੋਈ ਰਾਜਸੀ ਤਾਕਤਾਂ ਹਾਸਲ ਕਰਕੇ ਹੋਰ ਲੱਲੇ ਭੱਬੇ ਕਰਕੇ ਅਸੀਂ ਸ਼ਾਇਦ ਇਹ ਚੀਜ਼ਾਂ ਦਾ ਹੱਲ ਕਰ ਲਾਂਗੇ। ਤਾਂ ਉਹ ਜਿੰਨਾ ਚਿਰ ਗੁਰੂ ਦੇ ਰਾਹ ਤੇ ਨਹੀਂ ਤੁਰਾਂਗੇ ਉਹਨਾਂ ਚਿਰ ਉਹ ਸ਼ਹੀਦਾਂ ਨੇ ਉਸ ਤਰੀਕੇ ਹੀ ਕੱਲੜੇ ਰਹਿਣਾ ਹੈ। ਜੇ ਉਹਨਾਂ ਦੇ ਵੱਲ ਉਹਨਾਂ ਦੇ ਨਾਲ ਤੁਰਨ ਲਈ ਸਾਨੂੰ ਉਹਨਾਂ ਦੇ ਜੋ ਮਾਰਗ ਹੈ, ਜੋ ਗੁਰੂ ਸਾਹਿਬ ਦਾ, ਜੋ ਸ਼ਹੀਦਾਂ ਦਾ ਜਿਸ ਰਾਹ ਤੇ ਉਹ ਚੱਲੇ ਆ, ਜਿਸ ਹੱਕ ਸੱਚ ਦੀ ਗੱਲ ਔਰ ਜਿਸ ਗੁਰੂ ਦੇ ਪਿਆਰ 'ਚ ਭਿੱਜ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਸਾਨੂੰ ਉਧਰ ਨੂੰ ਹੀ ਤੁਰਨਾ ਪੈਣਾ। ਉਹ ਮਹਾਰਾਜ ਜਾਣਦੇ ਕਿ ਕਦੋਂ ਕੀ ਤੋਂ ਕਿੰਨੀ ਸੇਵਾ ਲੈਣੀ, ਉਹਨੇ ਲੈ ਲੈਣੀ ਆ ਜੀ। ਵੈਸੇ ਭਾਜੀ ਭਾਰਤੀ ਹਕੂਮਤ ਉੱਤੇ ਦੇਖੋ ਜਿਨ੍ਹਾਂ ਨੇ ਜ਼ੁਲਮ ਕੀਤਾ ਹੋਵੇ, ਜਿਨ੍ਹਾਂ ਨੇ ਤਸੀਹੇ ਦਿੱਤੇ ਹੋਣ, ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਹੋਵੇ, ਉਹਨਾਂ ਕੋਲ ਇਨਸਾਫ ਦੀ ਆਪਾਂ ਉਮੀਦ ਤਾਂ ਲਾ ਨਹੀਂ ਸਕਦੇ ਕਿ ਸਾਨੂੰ ਇਨਸਾਫ ਮਿਲੂਗਾ। ਪਰ ਫਿਰ ਵੀ ਜਿਹੜੇ ਕਈ ਸਿੱਖ ਹੈਗੇ ਆ ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਦੁਬਾਰਾ ਫਿਰ ਇਨਸਾਫ ਦੀ ਮੰਗ ਕੀਤੀ, ਕੀ ਲੱਗਦਾ ਉਹਨਾਂ ਨੂੰ ਕੁਝ ਇਨਸਾਫ ਮਿਲ ਸਕਿਆ ਜਾਂ ਫਿਰ ਉਹ ਵਿੱਚ ਲਟਕਦੇ ਰਹਿ ਗਏ ਜੀ ਉਸੇ ਤਰ੍ਹਾਂ? ਮੈਂ ਇਸ ਗੱਲ ਨਾਲ ਥੋੜਾ ਮੈਂ ਫਰਕ ਰੱਖਦਾ ਆਪਣੇ। ਮੇਰੀ ਜੋ ਸਮਝ ਕਹਿੰਦੀ ਕਿ ਇਨਸਾਫ ਮੰਗਣਾ ਆਪਦੇ ਆਪ 'ਚ ਇੱਕ ਸਾਨੂੰ ਗੁਰੂ ਪਾਤਸ਼ਾਹ ਨੇ ਜੋ ਫਰਜ਼ ਸਾਡੇ ਤੇ ਆਇਦ ਕੀਤਾ ਉਹ ਸਰਬੱਤ ਦੇ ਭਲੇ ਦਾ ਕੀਤਾ ਜੀ। ਤੇ ਜਦੋਂ ਤੁਸੀਂ ਸਰਬੱਤ ਦਾ ਭਲਾ ਕਰਨਾ ਉਦੋਂ ਤੁਸੀਂ ਦੂਜਿਆਂ ਨੂੰ ਇਨਸਾਫ ਕਰਕੇ ਦੇਣਾ ਜੀ। ਸੋ ਅਸੀਂ ਤਾਂ ਹੋਰਾਂ ਨੂੰ ਇਨਸਾਫ ਕਰਕੇ ਦੇਣ ਵਾਲੇ ਆ। ਅਸੀਂ ਜੇ ਅੱਜ ਆਪਾਂ ਕਹੀਏ ਕਿ ਅਸੀਂ ਆਪਣੇ ਇਨਸਾਫ ਦੀਆਂ ਫਰਿਆਦਾਂ ਕਰੀਏ, ਉਹ ਸਾਨੂੰ ਜਿਹੜੀ ਮੈਂ ਪਿੱਛੇ ਗੱਲ ਕਹੀ ਕਿ ਸਾਨੂੰ ਆਪਣੇ ਅਮਲਾਂ ਦੀ ਘੋਖ ਕਰਨੀ ਚਾਹੀਦੀ ਕਿ ਅਸੀਂ ਕਿਹੜੇ ਰਾਹ ਪੈ ਗਏ, ਅਸੀਂ ਕਿੱਥੇ ਸੀਗੇ ਤੇ ਅਸੀਂ ਕਿੱਥੇ ਆ ਗਏ। ਤੇ ਅਸੀਂ ਉਹ ਫਰਿਆਦਾਂ ਜਾਂ ਤਸੀਹੇ ਜਾਂ ਤਾਨੇ ਮੇਣੇ ਵਾਲੇ ਪਾਸੇ ਪੈ ਗਏ। ਅਸੀਂ ਸਰਬੱਤ ਦਾ ਭਲਾ ਜੇ ਕਰਨਾ ਹੈ ਤਾਂ ਅਸੀਂ ਹੋਰਾਂ ਨੂੰ ਇਨਸਾਫ ਕਰਨਾ, ਤਾਂ ਅਸੀਂ ਆਪਣਾ ਇਨਸਾਫ ਵੀ ਅਸੀਂ ਖੁਦ ਹੀ ਕਰਨਾ ਜੀ। ਸਾਨੂੰ ਕਿਸੇ ਤੋਂ ਆਸ ਨਹੀਂ ਰੱਖਣੀ ਚਾਹੀਦੀ ਜੀ। ਤੇ ਵੀਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਸਮਾਂ, ਕਿਉਂਕਿ ਜੇ ਗੱਲ ਕਰ ਲਈਏ ਐਡਾ ਬੜਾ ਸਿੱਖੀ ਦਾ ਘਾਣ ਹੋਣ ਦੇ ਬਾਵਜੂਦ ਵੀ ਸਰਕਾਰਾਂ ਨਹੀਂ ਰੁਕੀਆਂ। 1986 ਵਿੱਚ ਬੇਅਦਬੀ ਹੋ ਜਾਣਾ, ਬਹੁਤ ਬੜਾ ਪੰਜਾਬ ਵਿੱਚ ਸਿੱਖਾਂ ਦੇ ਨੌਜਵਾਨਾਂ ਦਾ ਜਿਹੜਾ ਘਾਣ ਕੀਤੇ ਜਾਣਾ, ਬੱਚਿਆਂ ਤੱਕ ਨੂੰ ਜਿਹੜਾ ਆ ਉਹਨਾਂ ਨੂੰ ਨਿਸ਼ਾਨੇ ਬਣਾ ਕੇ ਪੁਲਿਸ ਵੱਲੋਂ ਮਾਰਿਆ ਜਾਣਾ। ਤੇ ਉਹਦੇ ਬਾਅਦ ਵਿੱਚ ਜੇ ਹੁਣ ਵੀ ਕਾਫੀ ਲੰਬੇ ਸਮੇਂ ਬਾਅਦ ਵੀ 2015 ਵਿੱਚ ਫਿਰ ਲਗਾਤਾਰ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ। ਖਾਲਸੇ ਦੀ ਜਨਮ ਭੂਮੀ ਉੱਤੇ ਇਹ ਗੱਲ ਅੰਦਰੋਂ ਨਿਕਲ ਨਹੀਂ ਰਹੀ, ਕਰਨੀ ਪੈ ਰਹੀ ਹੈ। ਖਾਲਸੇ ਦੀ ਜਨਮ ਭੂਮੀ ਉੱਤੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਜੀ, ਸ਼ਰਾਰਤੀ ਅਨਸਰ ਆ ਕੇ ਬੇਅਦਬੀ ਕਰ ਜਾਂਦੇ ਆ ਜੀ। ਤੇ ਇਹਦਾ ਮਤਲਬ ਇਹ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਲਈ ਜਿਹੜਾ ਸਮਾਂ ਆ ਉਹ ਹੋਰ ਮਾੜਾ ਆ ਸਕਦਾ ਹੈ ਜੀ। ਨਹੀਂ ਦੇਖੋ, ਜੇ ਮੈਂ ਜਿਹੜੀ ਗੱਲ ਪਹਿਲਾਂ ਕਹੀ ਉਹਦੇ ਇੱਕੇ ਗੱਲ 'ਚ ਸਾਰਾ ਹੈਗਾ ਨਿਚੋੜ ਕੇ ਜਿੰਨਾ ਚਿਰ ਗੁਰੂ ਨੂੰ ਨਹੀਂ ਮਹਿਸੂਸ ਕਰਾਂਗੇ ਉਹਦੇ ਆਪਣੇ ਅਮਲਾਂ 'ਚ ਘਾਟ ਰਹਿਣੀ ਆ। ਅਸੀਂ ਗੁਰੂ ਪਾਤਸ਼ਾਹ ਦੀਆਂ ਬੇਅਦਬੀਆਂ ਬਾਰੇ ਗੱਲ ਕਰਨ ਲਈ ਮੇਰੇ ਖਿਆਲ ਸਾਨੂੰ ਇਹਨੂੰ ਥੋੜਾ ਉਲਟਾਉਣਾ ਚਾਹੀਦਾ ਗੱਲ ਨੂੰ। ਅਸੀਂ ਗੁਰੂ ਪਾਤਸ਼ਾਹ ਦਾ ਅਦਬ ਕਿਸ ਤਰ੍ਹਾਂ ਬਹਾਲ ਕਰਨਾ, ਬੇਅਦਬੀਆਂ ਨੂੰ ਕਿਵੇਂ ਰੋਕੀਏ, ਉਹਦੀ ਥਾਂ ਸਾਨੂੰ ਉਹਦੇ ਗੁਰੂ ਪਾਤਸ਼ਾਹ ਦੇ ਅਦਬ ਵੱਲ ਵੱਧ ਗੌਰ ਕਰਨੀ ਚਾਹੀਦੀ ਹੈ।
ਜਿੰਨੀਆਂ ਥਾਵਾਂ ਤੇ ਸਭ ਵਾਪਰਦਾ ਉਹ ਚੋਂ ਚਲੋ ਕੋਈ ਬਿਰਲੀਆਂ ਛੱਡ ਕੇ ਬਹੁਤੀਆਂ ਜਿਹੀਆਂ ਥਾਵਾਂ ਨੇ ਜਿੱਥੇ ਸਾਡੀ ਢਿੱਲ ਕਰਕੇ ਉਹ ਸਾਰਾ ਕੁਝ ਵਾਪਰਦਾ। ਕਈ ਬਹੁਤੀਆਂ ਥਾਵਾਂ ਤੇ ਤਾਂ ਗੁਰੂ ਪਾਤਸ਼ਾਹ ਕੋਲ ਕੋਈ ਹੁੰਦਾ ਹੀ ਨਹੀਂ ਉੱਥੇ ਜਿੱਥੇ ਪ੍ਰਕਾਸ਼ ਹੁੰਦੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਹੈ ਜਿਹਦੇ ਚੋਂ ਇਹ ਗੱਲ ਨਿਕਲਦੀ ਹੈ ਕਿ ਸਾਡੇ ਆਪਣੇ ਅਮਲ 'ਚ ਗੁਰੂ ਪਾਤਸ਼ਾਹ ਦੇ ਅਦਬ ਸੰਬੰਧੀ ਜੋ ਸਾਡੀ ਬਣਦੀ ਜ਼ਿੰਮੇਵਾਰੀ ਹੈ ਅਸੀਂ ਉਹ ਤੋਂ ਪਿੱਛੇ ਹਟੇ ਹਾਂ। ਫਿਰ ਕਿਸੇ ਹੋਰ ਦੂਸਰਿਆਂ ਨੂੰ ਮੌਕਾ ਮਿਲਿਆ ਕਿ ਉਹ ਆ ਕੇ ਨਿਤ ਦਿਨ ਇੱਦਾਂ ਦਾ ਕੁਝ ਕਰਦੇ। ਜੀ ਜੀ। ਸੋ ਵੀਰ, ਜਿਵੇਂ ਕਿ ਤੁਸੀਂ ਬੁੱਕ ਲਿਖੀ ਆ ਗੁਰਦੁਆਰਿਆਂ ਦੇ ਉੱਤੇ ਜੋ ਹਮਲੇ ਹੋਏ ਉਹਨਾਂ ਦੀ ਮਿੱਥਿਆ ਦੀ ਜਿਹੜੀ ਤੁਸੀਂ ਕਿਤਾਬ, ਇੱਕ ਪਾਸੇ ਸਰਕਾਰੀ ਰਿਕਾਰਡ ਆ, ਦੂਸਰੇ ਪਾਸੇ ਤੁਸੀਂ ਖੁਦ ਉਹਨਾਂ ਲੋਕਾਂ ਕੋਲ ਜਾ ਕੇ ਇਹ ਨਾ ਬੁੱਕ ਲਿਖੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਲਾਨ ਆ ਜੀ, ਹੋਰ ਵੀ ਇਸ ਨੂੰ ਡੀਪਲੀ ਜਿਹੜਾ ਘੋਖਿਆ ਜਾ ਸਕਦਾ ਹੈ ਜੀ? ਦੇਖੋ ਹੋਣਾ ਕੀ ਹੈ ਉਹ ਤਾਂ ਮਹਾਰਾਜ ਨੇ ਕਰਾਉਣਾ ਹੈ ਨਾ, ਸੋਚਿਆ ਤਾਂ ਇਹ ਵੀ ਨਹੀਂ ਸੀ ਜੋ ਕੀਤਾ ਹੈ। ਸੋ ਫਿਲਹਾਲ ਤਾਂ ਇਹ ਕਿਤਾਬ ਜਾਰੀ ਕਰਨ ਦਾ ਵੀ ਇਹੀ ਖਿਆਲ ਸੀ ਕਿ ਇਹ ਤੋਂ ਬਾਅਦ ਹੋਰ ਥਾਵਾਂ ਦਾ ਪਤਾ ਲੱਗੂਗਾ। ਹੋਇਆ ਵੀ ਇਸੇ ਤਰੀਕੇ ਕਿ ਹੁਣ ਸਾਨੂੰ ਹੋਰ ਥਾਵਾਂ ਤੋਂ ਵੀ ਸੰਪਰਕ ਕਰ ਰਹੇ ਬੰਦੇ। ਸੋ ਇੱਕ ਵਾਰ ਤਾਂ ਇਸੇ ਲੜੀ ਨੂੰ ਇੱਕ ਕਿਸੇ ਸੰਪੂਰਨਤਾ ਵੱਲ ਲਿਜਾਣ ਦਾ ਖਿਆਲ ਹੈ ਕਿ ਜਿਹੜੇ ਹੋਰ ਗੁਰਦੁਆਰੇ ਰਹਿ ਗਏ, ਕਿਉਂਕਿ ਆਪਣਾ ਕੋਈ ਦਾਅਵਾ ਨਹੀਂ ਹੈ ਕਿ ਇਸ ਕਿਤਾਬ 'ਚ ਸਾਰੇ ਗੁਰੂ ਘਰਾਂ ਬਾਰੇ ਆਪਾਂ ਜਾਣਕਾਰੀ ਦਿੱਤੀ। ਸੋ ਜਿਹੜੀਆਂ ਥਾਵਾਂ ਰਹਿ ਗਈਆਂ ਪਹਿਲਾਂ ਤਾਂ ਉਹਨਾਂ ਬਾਰੇ ਜਾ ਕੇ ਬੰਦਿਆਂ ਨੂੰ ਮਿਲ ਕੇ ਉਹ ਸਾਰੀ ਗੱਲਬਾਤ ਇੱਕ ਥਾਂ ਕਰਨ ਦਾ ਖਿਆਲ ਹੈ, ਤੇ ਅੱਗੇ ਫਿਰ ਜਿਵੇਂ ਗੁਰੂ ਪਾਤਸ਼ਾਹ ਨੂੰ ਪਾਇਆ ਉੱਦਾਂ ਹੀ ਹੋਣਾ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਜੀ ਸਾਡੇ ਨਾਲ ਜੁੜੇ ਹੋਏ ਸੀਗੇ। ਸਿੱਖ ਚਿੰਤਕ ਨੇ, ਸਿੱਖ ਇਤਿਹਾਸ ਲਿਖਦੇ ਨੇ ਲਗਾਤਾਰ ਗਰਾਊਂਡ ਲੈਵਲ ਤੇ ਜਾ ਕੇ। ਇੱਕ ਪਾਸੇ ਸਰਕਾਰ ਆ ਜੋ ਸਰਕਾਰੀ ਅੰਕੜਿਆਂ ਨਾਲ ਦੱਸ ਰਹੀ ਹੈ ਕਿ ਆਪਣਾ ਸਫਾਈ ਪੇਸ਼ ਕਰਦੀ ਹੈ, ਤੇ ਦੂਸਰੇ ਪਾਸੇ ਉਹ ਲੋਕ ਆ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ, ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਸਿੱਖੀ ਦਾ ਘਾਣ ਹੋਇਆ, ਉਹਨਾਂ ਦੇ ਵਿੱਚ ਜਾ ਕੇ ਗਰਾਊਂਡ ਦੀ ਰਿਪੋਰਟ ਤਿਆਰ ਕੀਤੀ। ਇਸ ਵੀਰ ਨੇ ਗੁਰਦੁਆਰਿਆਂ ਦੇ ਉੱਤੇ ਜੋ ਹਮਲੇ ਹੋਏ ਉਹਨਾਂ ਦੀ ਮਿੱਥਿਆ ਜਿਹੜੀ ਹੈ ਇੱਕ ਕਿਤਾਬ ਇਹਨਾਂ ਨੇ ਲਿਖੀ ਹੈ। ਕਿਤਾਬ ਦੇ ਵਿੱਚ ਜਿਹੜੀ ਸਰਕਾਰੀ ਅੰਕੜੇ ਕਹਿ ਰਹੇ ਆ ਕਿ 42 ਗੁਰਦੁਆਰਿਆਂ ਉੱਤੇ ਜਿਹੜੇ ਹਮਲੇ ਹੋਏ ਆ, ਪਰ ਜਿਹੜੀ ਗਰਾਊਂਡ ਰਿਪੋਰਟ ਕਹਿ ਰਹੀ ਹੈ ਜਿਨ੍ਹਾਂ ਲੋਕਾਂ ਦੇ ਹੱਡੀ ਬੀਤੀ ਗੱਲ ਆ, ਜਿਨ੍ਹਾਂ ਗੁਰਦੁਆਰਾ ਸਾਹਿਬਾਨਾਂ ਉੱਤੇ ਜਿਹੜੇ ਹਮਲੇ ਹੋਏ ਆ, ਉਹ ਕਹਿ ਰਹੇ ਆ ਕਿ ਉਹ ਜਿਹੜੇ ਆ 72 ਤੋਂ ਪਲੱਸ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਹੈਗੇ ਆ ਜਿਨ੍ਹਾਂ ਵਿੱਚ ਜਿਹੜਾ ਆ ਉਹ ਸਰਕਾਰ ਨੇ ਜਿੱਥੇ ਫੌਜ ਭੇਜੀ ਹਮਲੇ ਕੀਤੇ ਆ। ਸੋ ਸਭ ਤੋਂ ਬੜੀ ਗੱਲ, ਬਹੁਤ ਵਧੀਆ ਸੁਨੇਹਾ ਇੱਕ ਵੀਰ ਨੇ ਆਪ ਸਾਰਿਆਂ ਨੂੰ ਦਿੱਤਾ ਹੈ ਜੀ ਕਿ ਜੇ ਆਪਾਂ ਗੱਲ ਬੇਅਦਬੀਆਂ ਦੀ ਨਾ ਕਰੀਏ, ਜੇ ਆਪਾਂ ਗੱਲ ਅਦਬ ਦੀ ਕਰੀਏ ਕਿ ਗੁਰੂ ਦਾ ਅਦਬ ਤੇ ਸਤਿਕਾਰ ਕਿਵੇਂ ਹੋ ਸਕਦਾ ਆ, ਕਿਉਂਕਿ ਜੇ ਆਪਾਂ ਉਸ ਚੀਜ਼ ਬਾਰੇ ਸੋਚਾਂਗੇ ਤਾਂ ਬੇਅਦਬੀਆਂ ਜਿਹੜੀਆਂ ਆਪਣੇ ਆਪ ਘਟਣਗੀਆਂ। ਕਿਉਂਕਿ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਸਿੱਖੀ ਸਰੂਪ ਦਿੱਤਾ ਸੀ, ਕਿਤੇ ਨਾ ਕਿਤੇ ਆਪਾਂ ਉਸ ਤੋਂ ਜਿਹੜੇ ਆ ਦੂਰ ਹੁੰਦੇ ਜਾ ਰਹੇ ਆ। ਜਿਹੜਾ ਸਿੱਖੀ ਸਰੂਪ ਗੁਰੂ ਮਹਾਰਾਜ ਸਾਨੂੰ ਖਾਲਸੇ ਦੀ ਜਨਮ ਭੂਮੀ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੇ ਕੇ ਗਏ ਸੀ, ਉਹਨਾਂ ਤੋਂ ਆਪਾਂ ਕੋਹਾਂ ਦੂਰ ਆ, ਉਹਨਾਂ ਦੇ ਆਪਾਂ ਨੇੜੇ ਨਹੀਂ ਜਾਣਾ ਚਾਹੁੰਦੇ। ਸਮੇਂ ਦੇ ਹਿਸਾਬ ਨਾਲ ਅਸੀਂ ਬਦਲਦੇ ਜਾ ਰਹੇ ਹਾਂ, ਪਰ ਜਿਹੜਾ ਗੁਰੂ ਮਹਾਰਾਜ ਨੇ ਜੋ ਸਾਨੂੰ ਸਿੱਖੀ ਸਰੂਪ ਦਿੱਤਾ ਸੀਗਾ ਉਹ ਇੱਕ ਵਿਲੱਖਣ ਸਾਨੂੰ ਪਹਿਚਾਣ ਦਿੰਦਾ ਆ। ਉਸ ਸਿੱਖੀ ਸਰੂਪ ਆਉਣ ਵਿੱਚ ਦੇ ਲਈ ਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਕੁਰਬਾਨੀਆਂ, ਕਿੰਨੇ ਸਿੱਖਾਂ ਦੀਆਂ ਕੁਰਬਾਨੀਆਂ ਤੁਸੀਂ ਇਤਿਹਾਸ ਸਾਰਾ ਜਿਹੜਾ ਫਰੋਲ ਸਕਦੇ ਹੋ। ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ, ਅਤੇ ਜਿਹੜੀ ਗੁਰਦੁਆਰਿਆਂ ਦੀ ਉੱਤੇ ਹੋਏ ਹਮਲਿਆਂ ਦੀ ਮਿੱਥਿਆ ਕਿਤਾਬ ਆ, ਮੈਂ ਸਪੈਸ਼ਲੀ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਇਸ ਨੂੰ ਜ਼ਰੂਰ ਲਓ, ਪੜ੍ਹੋ। ਗੂਗਲ ਉੱਤੇ ਵੀ ਤੁਸੀਂ ਇਸ ਬਾਰੇ ਸਰਚ ਕਰ ਸਕਦੇ ਹੋ, ਅਤੇ ਇਸ ਤੋਂ ਇਲਾਵਾ ਵਿਵੇਕਗੜ੍ਹ ਪ੍ਰਕਾਸ਼ਨ ਹੈ ਜਿਹੜਾ ਜਿਸ ਤੋਂ ਬੁੱਕ ਜਿਹੜੀ ਆ ਉਹ ਪ੍ਰੋਵਾਈਡ ਹੋ ਸਕਦੀ ਹੈ, ਉੱਥੋਂ ਵੀ ਤੁਸੀਂ ਮੰਗਵਾ ਸਕਦੇ ਹੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।